ਧੰਨ ਵਾਹਿਗੁਰੂ ਸਾਹਿਬ ਜੀਓ। ਮਹਿਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਛੁਟੇ ਤਿਲ ਬੁਆੜ ਜਿਉਂ, ਸੁੰਝੈ ਅੰਦਰ ਖੇਤ। ਖੇਤੈ ਅੰਦਰ ਛੁਟਿਆ, ਕਹੋ ਨਾਨਕ ਸੋ ਨਾਹ। ਫਲੀਆਂ ਫੁੱਲੀਆਂ ਬਪੂੜੇ, ਵੀ ਤਨ ਵਿੱਚ ਸਵਾਹ। ਖੇਤੈ ਅੰਦਰ ਛੁਟਿਆ, ਕਹੋ ਨਾਨਕ ਸੋ ਨਾਹ। ਫਲੀਆਂ ਫੁੱਲੀਆਂ ਬਪੂੜੇ, ਵੀ ਤਨ ਵਿੱਚ ਸਵਾਹ। ਪਰਮ ਸਤਿਕਾਰਯੋਗ ਕੁਲ ਮਾਨਵਤਾ ਦੇ ਰਹਿਬਰ, ਸਾਂਝੀ ਵਾਲਤਾ ਦੇ ਪ੍ਰਤੀਕ, ਗਿਆਨ ਦੇ ਮੁਜੱਸਮੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸ਼ੋਭਾਏਮਨ ਹੋ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡਭਾਗੀ ਹੋ ਜੋ ਸਤਿਗੁਰੂ ਦੀ ਸੰਗਤ ਕਰਨ ਦਾ ਸੁਭਾਗਾ ਅਵਸਰ ਮਿਲਿਆ ਹੈ। ਇਸ ਸੁਭਾਗੇ ਸਮੇਂ ਦੌਰਾਨ ਆਪ ਜੀ ਨੇ ਸ਼੍ਰੀ ਆਸਾ ਦੀ ਵਾਰ ਦੇ ਵਿੱਚੋਂ ਪਹਿਲੀ ਪੌੜੀ ਦੇ ਨਾਲ ਦਰਜ ਕੀਤੇ ਗਏ ਤੀਜੇ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ। ਆਓ ਇਕਾਗਰਤਾ ਅਤੇ ਸਾਵਧਾਨਤਾ ਦੇ ਸਹਿਤ ਪਾਵਨ ਸ਼ਲੋਕ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਜੀ ਵੱਲੋਂ ਬਖਸ਼ੀ ਹੋਈ ਪਾਵਨ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਪ ਜੀ ਨੇ ਇਸ ਵੇਲੇ ਸ਼ਲੋਕ ਸਰਵਣ ਕੀਤਾ ਹੈ, ਇਹ ਪਹਿਲੀ ਪੌੜੀ ਦੇ ਨਾਲ ਦਰਜ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਤ ਕੀਤਾ ਗਿਆ ਸ਼ਲੋਕ ਹੈ, ਜੋ ਕਿ ਪਹਿਲੀ ਪੌੜੀ ਦੇ ਨਾਲ ਤੀਜਾ ਸ਼ਲੋਕ ਹੈ। ਸ਼ਲੋਕ ਅੰਦਰ ਗੁਰੂ ਨਾਨਕ ਸਾਹਿਬ ਜੀ ਉਸ ਮਨੁੱਖੀ ਜੀਵਨ ਦਾ ਵਿਚਾਰ ਦੱਸਦੇ ਹੋਏ ਫਰਮਾਨ ਕਰ ਰਹੇ ਨੇ ਕਿ ਜਿਹੜਾ ਮਨੁੱਖੀ ਜੀਵਨ ਗੁਰੂ ਦੀ ਸਿੱਖਿਆ ਨੂੰ ਕਦੇ ਵੀ ਆਪਣੇ ਮਨ ਦੇ ਵਿੱਚ ਚੇਤੇ ਨਹੀਂ ਕਰਦਾ, ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਦੇ ਮੁਤਾਬਿਕ ਆਪਣੇ ਜੀਵਨ ਵਿੱਚ ਨਹੀਂ ਚੱਲਦਾ,
बल्कि वो अपने आप दे विच बहुता सियाणा, बड़ा चतुर आप ही बन के समाज दे विच दुनिया विच चलदा ते विचरदा है। ऐसा मनुख साहिब गुरु नानक पातशाह जी कहंदे ने कदे भी मालक एक मालक दा नहीं बन सकदा, क्योंकि ऐसे मनुख दे अंदर गुरु की सिक्ख्या ना होने करके अपनी अकल, अपनी मत, अपनी चतुराई ते अपनी सियाणप दा मान होने करके उहदी हालत ऐसे तिल दे वांगू है, जिहड़ा तिल मालक ने खेत विच होरना तिलों वांगू बीजिया सी ते प्रफुल्लित भी होया, लेकिन वो तिल दा बूटा जिन्हों तिल भी लगे पर तिल लगन की बजाय अंदर वो तिल ना रख सकिया, सगों अपने अंदर कालख सवाह भर लई उसने। सतगुरु जी का फरमान है, नानक गुरु ना चेतनी मन अपने सुचेत। साहिब जी फरमाउंदे ने, हे नानक जेड़े मनुख गुरु ना चेतनी अपने गुरु की सिक्ख्या, क्योंकि ध्यान रखना साहिब गुरु नानक पातशाह जी ने आरंभता इस गल तो कीती है कि बलिहारी गुर अपने अपने गुरु तो सदके जावां। पर एक वो मनुख है जिहड़ा अपने गुरु नूं कदे भी चेतदा नहीं, अपने गुरु की सिक्ख्या के मुताबक कदे भी चलना पसंद नहीं करता, अपने गुरु की सिक्ख्या के मुताबक अपने जीवन दे विच कदे भी वो विचरदा नहीं है। वो सगों मन अपने सुचेत, अपने मन दे विच आप ही सुचेत भाव, देखो सुचेत दे भाव नूं समझिए। गुरबाणी वैसे मनुख नूं सुचेत ही करती है। गुरबाणी सतगुरु की बाणी मनुख नूं ये सिक्ख्या दिंदी है भी तू सुचेत हो, क्योंकि साडा जिहड़ा अंदरला है वो अचेत भाव विच ज़्यादा रहिंदा है, तां करके गुरबाणी इनू सुचेत करदी है। जिहड़ा हुण सुचेत हो गया, पर सुचेत किदां होया? वो सुचेत होया गुरु की सिक्ख्या नूं सुन के। जिहड़ा गुरु की सिक्ख्या नूं सुन के सुचेत होएगा, वो कदे भी अपने अंदर औगणा नूं नहीं आउण देगा। वो अपने अंदर मानवता दे, मनुखता दे उच्चे ते सुच्चे गुणां नूं हमेशा प्रफुल्लित करन दा उदम करेगा। इस विचार अधीन श्लोक दे विच सतगुरु जी कहंदे मन अपने सुचेत, भी जिहड़ा मनुख आप अपने ही मन विच अपनी ही अकल मत करके आप ही सुचेत होई बैठा है, वो कहंदा मैं ही सियाणा, मैं ही सुचेत हाँ, मैनू गुरु की सिक्ख्या की लोड़ नहीं है। ऐसा मनुख अपने अंदर कदे भी
ਅਵਗੁਣਾਂ ਨੂੰ ਆਉਣ ਤੋਂ ਰੋਕ ਨਹੀਂ ਪਾ ਸਕਦਾ। ਐਸਾ ਮਨੁੱਖ ਹਮੇਸ਼ਾ ਆਪਣੀ ਵਿਚਾਰ ਤੇ ਆਪਣੀ ਅਕਲ ਦੇ ਮੁਤਾਬਕ ਚੱਲਦਾ ਹੈ। ਐਸਾ ਮਨੁੱਖ ਹਮੇਸ਼ਾ ਆਪਣੀ ਚਤੁਰਾਈ ਦੇ ਹਿਸਾਬ ਨਾਲ ਚੱਲਦਾ ਹੈ। ਤੋ ਸਤਿਗੁਰੂ ਜੀ ਕਹਿੰਦੇ ਐਸਾ ਸੁਚੇਤਪਣਾ ਠੀਕ ਨਹੀਂ ਹੈ। ਐਸਾ ਸੁਚੇਤਪਣਾ ਕਿਸ ਕੰਮ ਜੋਗਾ, ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਔਗਣ ਆਉਣ ਤੋਂ ਰੋਕ ਨਾ ਸਕੇ, ਜਿਹੜਾ ਆਪਣੇ ਜੀਵਨ ਨੂੰ ਮਨੁੱਖਤਾ ਦੇ ਉੱਚੇ ਸੁੱਚੇ ਨੇਕ ਸੁਭਾਵ ਤੋਂ ਵਿਰਵਾ ਰੱਖੇ। ਐਸੇ ਸੁਚੇਤਪਣੇ ਦਾ ਕੀ ਕਰੋਗੇ? ਸਮਾਜ ਵਿੱਚ ਐਸੇ ਲੋਕ ਮਿਲ ਜਾਂਦੇ ਹੈ ਜਿਹੜੇ ਆਪਣੇ ਆਪ ਨੂੰ ਤਾਂ ਅਕਲਮਾਨ, ਆਪਣੇ ਆਪ ਨੂੰ ਤਾਂ ਸੂਝਵਾਨ ਮੰਨਦੇ ਆ, ਲੇਕਿਨ ਦੂਜੇ ਨੂੰ ਨਹੀਂ ਮੰਨਦੇ। ਉਹਨਾਂ ਦਾ ਜ਼ਿਕਰ ਸਤਿਗੁਰੂ ਜੀ ਇੱਥੇ ਕਰਦੇ ਪਏ ਆ। ਉਹ ਐਸੇ ਨੇ ਜਿਹੜੇ ਕਿ ਆਪਣੇ ਆਪ ਵਿੱਚ ਹੀ ਸੁਚੇਤ ਹੋਏ ਬੈਠੇ ਆ। ਉਹ ਕਹਿੰਦੇ ਵੀ ਸਾਡੇ ਵਰਗਾ ਸਿਆਣਾ ਕੋਈ ਨਹੀਂ। ਇਹਦਾ ਮਤਲਬ ਉਹ ਆਪਣੇ ਅੰਦਰ ਆਪਣੀ ਅਕਲ ਦਾ ਹੰਕਾਰ ਚੁੱਕੀ ਫਿਰ ਰਿਹਾ ਹੈ। ਤੇ ਸਾਹਿਬ ਦੀ ਬਾਣੀ ਕਹਿੰਦੀ ਹੈ, ਜਿਹਦੇ ਅੰਦਰ ਆਪਣੀ ਹੀ ਅਕਲ ਮਤ ਦਾ ਗਰਭ ਗੁਮਾਨ ਹੋਵੇ, ਆਪਣੀ ਹੀ ਵਡਿਆਈਆਂ ਦਾ ਗਰਭ ਗੁਮਾਨ ਹੋਵੇ, ਆਪਣੀ ਹੀ ਧਨ ਤੇ ਜੋਬਨ ਦਾ ਗਰਭ ਗੁਮਾਨ ਹੋਵੇ, ਉਹਦੇ ਬਾਰੇ ਗੁਰਬਾਣੀ ਨੇ ਫਰਮਾਨ ਕੀਤਾ ਬੜਾ ਸੁੰਦਰ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾਹ, ਜਿਨ੍ਹਾਂ ਨੂੰ ਆਪਣੇ ਧਨ ਦੇ ਉੱਤੇ, ਆਪਣੇ ਜੋਬਨ ਦੇ ਉੱਤੇ, ਆਪਣੀ ਵਡਿਆਈ ਦੇ ਉੱਤੇ ਹੀ ਬੜਾ ਮਾਣ ਹੈ ਤੇ ਆਪ ਹੀ ਆਪਣੀ ਵਡਿਆਈ ਕਰੀ ਫਿਰਦੇ ਆ। ਤੇ ਹਜ਼ੂਰ ਦੀ ਬਾਣੀ ਕਹਿੰਦੀ ਹੈ, ਐਸੇ ਮਨੁੱਖ ਖਾਲੀ ਰਹਿ ਜਾਂਦੇ ਨੇ। ਖਾਲੀ ਚਲੇ ਧਣੀ ਸਿਉ ਟਿੱਬੇ ਜਿਉ ਮਿਆਹ। ਜਿਵੇਂ ਮੀਂਹ ਪੈਣ ਤੇ ਟਿੱਬੇ ਆਦਿਕ ਸੁੱਕੇ ਹੀ ਰਹਿ ਜਾਂਦੇ ਆ। ਭਾਵੇਂ ਸਭ ਤੋਂ ਪਹਿਲਾਂ ਮੀਂਹ ਟਿੱਬਿਆਂ ਦੇ ਵਿੱਚ ਉੱਚੀ ਥਾਵਾਂ ਤੇ ਆਉਂਦਾ ਹੈ, ਪਰ ਉੱਚੀਆਂ ਥਾਵਾਂ ਮੀਂਹ ਦੇ ਪਾਣੀ ਨੂੰ ਸਾਂਭ ਨਹੀਂ ਰੱਖ ਸਕਦੀਆਂ, ਕਿ ਉਹਨੇ ਆਪਣੇ ਆਪ ਨੂੰ ਉੱਚਾ ਕਰ ਰੱਖਿਆ। ਇਹ ਗਰਭ ਗੁਮਾਨ ਜਿਸ ਦੇ ਕੋਲ ਹੋਵੇ, ਜਿਸ ਮਨੁੱਖ ਦੇ ਕੋਲ, ਉਹਦੇ ਕੋਲ ਭਾਵੇਂ ਚੰਗੀ ਵਡਿਆਈਆਂ ਕਿਉਂ ਨਾ ਹੋਣ ਸਮਾਜ ਦੇ ਅੰਦਰ, ਉਹਦੇ ਕੋਲ ਚੰਗਾ ਜੋਬਨ ਕਿਉਂ ਨਾ ਹੋਵੇ, ਉਹਦੇ ਕੋਲ ਧਨ ਕਿਉਂ ਨਾ ਹੋਵੇ, ਪਰ ਉਹ ਰੱਬੀ ਗੁਣ ਨਹੀਂ ਸਾਂਭ ਸਕਦਾ। ਖਾਲੀ ਚਲੇ ਧਣੀ ਸਿਉ ਦਾ ਅਰਥ ਕੀ ਹੈ? ਭਈ ਉਹ ਮਨੁੱਖ ਰੱਬੀ ਗੁਣਾਂ ਨੂੰ ਨਹੀਂ ਸਾਂਭ ਸਕਦਾ। ਉਹ ਰੱਬੀ ਗੁਣਾਂ ਨੂੰ ਸਾਂਭਣ ਤੋਂ ਖਾਲੀ ਰਹਿ ਜਾਂਦਾ ਹੈ। ਜਿੱਦਾਂ ਟਿੱਬੇ ਪਾਣੀ ਨੂੰ ਸਾਂਭਣ ਦੀ ਬਜਾਏ ਉਹ ਉੱਦਾਂ ਹੀ ਸੁੱਕੇ ਦੇ ਸੁੱਕੇ ਰਹਿ ਜਾਂਦੇ ਨੇ। ਪਾਣੀ ਜ਼ਰੂਰ ਵਰਿਆ ਉਹਨਾਂ ਤੇ, ਮੀਂਹ ਜ਼ਰੂਰ ਪਿਆ, ਤੇ ਹਜ਼ੂਰ ਦੀ ਬਾਣੀ ਨੇ ਇਸੇ ਲਈ ਕਿਹਾ, ਖਾਲੀ ਚਲੇ ਧਣੀ ਸਿਉ ਟਿੱਬੇ ਜਿਉ ਮੀਆਂ। ਜਿਵੇਂ ਟਿੱਬੇ ਮੀਂਹ ਪੈਣ ਤੇ ਵੀ ਖਾਲੀ ਦੇ ਖਾਲੀ। ਤੋ ਜਿਹੜਾ ਮਨੁੱਖ ਕਹਿੰਦਾ ਵੀ ਮੇਰੇ ਵਰਗਾ ਸੁਚੇਤ, ਆਪਣੇ ਆਪ ਵਿੱਚ ਮੇਰੇ ਵਰਗਾ ਅਕਲਵਾਨ ਗਿਆਨਵਾਨ ਕੋਈ ਨਹੀਂ, ਐਸਾ ਮਨੁੱਖ ਸਤਿਗੁਰ ਦੀ ਬਾਣੀ ਕਹਿੰਦੀ ਆ ਖਾਲੀ ਰਹਿ ਜਾਂਦਾ ਰੱਬੀ ਗੁਣਾਂ ਤੋਂ। ਇਸੇ ਲਈ ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਨੇ ਉਦਾਹਰਣ ਇੱਕ ਤਿਲ ਦਾ ਦਿੱਤਾ ਹੈ। ਆਖਿਆ ਛੁੱਟੇ ਤਿਲ ਬੁਆੜ ਜਿਉ ਸੁਣੈ ਅੰਦਰ ਖੇਤ। ਤੇ ਸਾਹਿਬ ਜੀ ਕਹਿੰਦੇ ਨੇ, ਜਿਸ ਤਰ੍ਹਾਂ ਤਿਲਾਂ ਦੇ ਖੇਤ ਦੇ ਵਿੱਚ ਮਾਲਕ ਆਉਂਦਾ ਹੈ, ਮਾਲਕ ਬਾਕੀ ਸਾਰੇ ਤਿਲਾਂ ਦੇ
ਬੂਟਿਆਂ ਨੂੰ ਵੱਢ ਕੇ ਆਪ ਦੇ ਘਰ ਲਿਜਾਂਦਾ ਹੈ ਤੇ ਸਾਂਭ ਲੈਂਦਾ ਉਹਨਾਂ ਤਿਲਾਂ ਨੂੰ। ਪਰ ਉਹ ਉਹਨਾਂ ਤਿਲਾਂ ਦੇ ਬੂਟਿਆਂ ਨੂੰ ਜਿਨ੍ਹਾਂ ਨੂੰ ਬਵਾੜ ਕਿਹਾ ਜਾਂਦਾ, ਯਾਨੀ ਕਿ ਬਵਾੜ ਇਸ ਲਈ ਕਿਉਂਕਿ ਉਹਨਾਂ ਦੇ ਵਿੱਚ ਤਿਲ ਵਰਗਾ ਤੱਤ ਨਹੀਂ ਸੀ, ਉਹ ਉੱਥੇ ਹੀ ਛੱਡ ਕੇ ਚਲਾ ਜਾਂਦਾ ਮਾਲਕ। ਆਖਦਾ ਇਹਨਾਂ ਦਾ ਘਰ ਲਿਜਾ ਕੇ ਕੀ ਕਰਨਾ, ਇਹਨਾਂ ਵਿੱਚ ਕਿਹੜਾ ਤੱਤ ਹੈ। ਛੁੱਟੇ ਤਿਲ ਬਵਾੜ ਜਿਉਂ ਸੁੰਝੇ ਅੰਦਰ ਖੇਤ। ਉਹ ਖੇਤ ਵਿੱਚ ਸੁੰਝੇ ਦਾ ਅਰਥ ਕੱਲੇ ਦੇ ਕੱਲੇ, ਖਾਲੀ ਦੇ ਖਾਲੀ ਖੜੇ ਰਹਿ ਜਾਂਦੇ ਆ, ਕਿਉਂਕਿ ਉਹਨਾਂ ਦੇ ਅੰਦਰ ਤਿਲ ਤੱਤ ਦੀ ਹੋਣ ਦੀ ਬਜਾਏ ਉਹਨਾਂ ਨੇ ਆਪਣੇ ਅੰਦਰ ਕਾਲਖ ਜੋ ਭਰ ਲਈ ਹੈ। ਇਹ ਇੱਕ ਸੰਕੇਤ ਦਿੱਤਾ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ, ਉਦਾਹਰਣ ਦਿੱਤਾ ਹੈ ਬੜਾ ਸੌਖਾ ਜਿਹਾ ਮਨੁੱਖ ਨੂੰ ਸਮਝਾਉਣ ਵਾਸਤੇ ਕਿ ਭਲਿਆ ਦੇਖੀ ਕਿਤੇ ਆਪਣੇ ਅੰਦਰ ਆ ਹਾਲਾਤ ਨਾ ਬਣਾ ਲਈ ਕਿ ਤੂੰ ਵੀ ਮਾਲਕ ਦੇ ਗੁਣਾਂ ਤੋਂ ਖਾਲੀ ਰਹਿ ਜਾਏ, ਵਿਰਵਾ ਰਹਿ ਜਾਏ ਤੇ ਫਿਰ ਮਾਲਕ ਦਾ ਹੀ ਨਾ ਬਣ ਸਕੇ ਇੱਕ ਮਾਲਕ ਦਾ। ਖੇਤੈ ਅੰਦਰ ਛੁੱਟਿਆ ਕਉ ਨਾਨਕ ਸੋ ਨਾਹ। ਹਜ਼ੂਰ ਕਹਿੰਦੇ ਨੇ ਜਿਹੜਾ ਖੇਤ ਅੰਦਰ ਛੁੱਟਿਆ ਰਹਿ ਗਿਆ ਨਾ, ਉਹ ਫਿਰ ਕਉ ਨਾਨਕ ਸੋ ਨਾ। ਨਾਨਕ ਹੈ ਨਾਨਕ ਕਹੋ ਉਹ ਜਿਹੜੇ ਨੇ ਨਾ ਐਸੇ ਤਿਲ ਦੇ ਬੂਟਿਆਂ ਦੇ ਇੱਕ ਮਾਲਕ ਨਹੀਂ ਹੁੰਦਾ, 100 ਨਾ। 100 ਦਾ ਅਰਥ 100, ਨਾ ਦਾ ਅਰਥ ਹੈ ਮਾਲਕ। 100 ਨਾ ਉਹਨਾਂ ਦੇ 100 ਮਾਲਕ ਬਣ ਜਾਂਦੇ ਆ। ਫਿਰ ਭਾਵ ਕਈ ਮਾਲਕ, ਕੋਈ ਉਹਨਾਂ ਨੂੰ ਬਾਲਣ ਵਾਸਤੇ ਆਣ ਕੇ ਵੱਢ ਲੈ ਜਾਂਦਾ ਹੈ, ਕੋਈ ਆਇਆ ਉਹਨਾਂ ਨੂੰ ਪਸ਼ੂਆਂ ਦੇ ਚਾਰੇ ਵਾਸਤੇ ਵੱਢ ਕੇ ਲੈ ਗਿਆ, ਕੋਈ ਆਇਆ ਉਹਨੇ ਆਪਣੇ ਪੈਰਾਂ ਹੇਠ ਲਤਾੜ ਕੇ ਉਹਨੂੰ ਦਰੜ ਕੇ ਰੱਖ ਦਿੱਤਾ। ਪਰ ਉਹਨੂੰ ਮਾਲਕ ਨੇ ਜਿਵੇਂ ਹੋਰ ਤਿਲਾਂ ਨੂੰ ਸਾਂਭਿਆ ਸੀ, ਉਹਨੂੰ ਮਾਲਕ ਨੇ ਉੱਦਾਂ ਨਹੀਂ ਸਾਂਭਿਆ, ਉੱਦਾਂ ਉਹ ਮਾਲਕ ਦਾ ਨਾ ਬਣ ਸਕਿਆ। ਭਲਿਓ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਲੋਕ ਦੇ ਰਾਹੀਂ ਮਨੁੱਖ ਨੂੰ ਸਮਝਾਇਆ ਕਿ ਆਪਣੇ ਜੀਵਨ ਦਾ ਰਹੱਸ ਸਮਝ। ਮਨੁੱਖ ਨੂੰ ਸਮਝਾਇਆ ਕਿ ਅੱਜ ਤੇਰੇ ਜੀਵਨ ਦਾ ਰਹੱਸ ਇਹ ਹੈ ਕਿ ਜੇ ਤੂੰ ਰੱਬੀ ਗੁਣਾਂ ਤੋਂ ਖਾਲੀ ਰਹਿ ਗਿਓ ਤੇ ਕਦੇ ਵੀ ਤੂੰ ਮਾਲਕ ਜੋਗਾ ਨਹੀਂ ਰਹੇਗਾ, ਇੱਕ ਮਾਲਕ ਦਾ ਨਹੀਂ ਰਹੇਗਾ। ਉਹ ਤਿਲ ਜਿਨ੍ਹਾਂ ਦੇ ਅੰਦਰ ਤੱਤ ਸੀ, ਜਿਸ ਮਾਲਕ ਨੇ ਉਹਨਾਂ ਨੂੰ ਬੀਜਿਆ ਸੀ, ਉਹੀ ਮਾਲਕ ਵੱਢ ਕੇ ਆਪਣੇ ਘਰ ਨੂੰ ਲਗਾਇਆ। ਦੇਖੋ, ਜਿਸ ਮਾਲਕ ਨੇ ਬੀਜਿਆ ਸੀ, ਜਿਸ ਮਾਲਕ ਨੇ ਉਹਦੇ ਤੇ ਮਿਹਨਤ ਕੀਤੀ ਸੀ, ਉਸੇ ਮਾਲਕ ਨੇ ਉਹਨੂੰ ਵੱਢਿਆ ਤੇ ਉਹੀ ਉਹ ਘਰ ਲੈ ਕੇ ਗਿਆ। ਮਾਲਕ ਨੇ ਸਾਂਭ ਲਿਆ ਨਾ ਉਸਨੂੰ, ਤੇ ਜਿਹਨੂੰ ਮਾਲਕ ਨੇ ਸਾਂਭ ਲਿਆ ਉਹਦੀ ਕੀਮਤ ਵੀ ਪੈ ਗਈ ਮੰਡੀ ਦੇ ਵਿੱਚ, ਉਹਦੀ ਕੀਮਤ ਵੀ ਪੈ ਗਈ। ਹੁਣ ਜਿਹੜਾ ਤੇ ਰਹਿ ਗਿਆ ਹੀ ਖਾਲੀ, ਤੇ ਉਹਨੂੰ ਮਾਲਕ ਨੇ ਫਿਰ ਸਾਂਭਿਆ ਹੀ ਨਹੀਂ। ਇਹ ਜਿਹੜਾ ਮਨੁੱਖੀ ਜੀਵਨ ਹੈ, ਇਹਦਾ ਮਾਲਕ ਕੌਣ ਹੈ? ਇਹਦਾ ਮਾਲਕ ਸਾਡਾ ਰੱਬ, ਸਾਡਾ ਅਕਾਲ ਪੁਰਖ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਵੀ ਭਲਿਆ ਜਿਹੜਾ ਰੱਬ, ਜਿਹੜਾ ਸਾਹਿਬ, ਜਿਹੜਾ ਮਾਲਕ ਹੈ ਸਾਡਾ, ਉਹਨੇ ਹੀ ਆ ਜੀਵਨ ਬਖਸ਼ਿਆ। ਤੇ ਜੇ ਆਪਾਂ ਆ ਜੀਵਨ ਪਾ ਕੇ ਵੀ ਮਾਲਕ ਦੇ ਰੱਬੀ ਗੁਣਾਂ ਨੂੰ ਸਾਂਭ ਨਾ ਸਕੇ ਆਪਣੇ ਅੰਦਰ, ਫਿਰ ਮਾਲਕ ਨੇ ਵੀ ਨਹੀਂ ਸਾਨੂੰ ਸਾਂਭਣਾ, ਫਿਰ ਮਾਲਕ ਨੇ ਵੀ ਨਹੀਂ ਸਾਂਭਣਾ। ਫਿਰ ਸਾਡਾ ਹਾਲ ਛੁੱਟੇ ਤਿਲ ਬਵਾੜ ਜਿਉਂ ਸੁੰਝੇ ਅੰਦਰ ਖੇਤ ਵਾਲਾ ਹੋਣਾ। ਤੇ ਹਜ਼ੂਰ ਜੀ ਅਗਲੀ ਪੰਕਤੀ 'ਚ ਕਹਿੰਦੇ ਫਲੀਆਂ ਫੁੱਲੀਆਂ ਬੱਪੂੜੇ, ਕਹਿੰਦੇ ਉਹ ਹੋਰ ਨਾ ਤਿਲਾਂ ਵਾਂਗੂ ਉਹ ਵੀ ਫਲ ਫੁੱਲ ਕੇ ਵੱਡੇ ਹੋਏ, ਪਰ ਭੀ ਤਨ ਵਿੱਚ ਸੁਆਹ,
ਪਰ ਫਿਰ ਵੀ ਉਹਨਾਂ ਨੇ ਫਲੀਭੂਤ ਹੋ ਕੇ ਵੀ ਆਪਣੇ ਅੰਦਰ ਤੱਤ ਪੈਦਾ ਕਰਨ ਦੀ ਬਜਾਏ ਉਹਨਾਂ ਨੇ ਕੀ ਕੀਤਾ, ਸਵਾਹ ਕਾਲਖ ਭਰ ਲਈ। ਫਲੀਆਂ ਫੁੱਲੀਆਂ ਬਪੜੇ ਭੀ ਤਨ ਵਿੱਚ ਸਵਾਹ, ਉਹ ਬਿਰਖਾਲ ਸਵਾਹ ਰਹਿ ਗਈ ਉਹਨਾਂ ਦੇ ਅੰਦਰ, ਕਾਲਖ ਰਹਿ ਗਈ ਉਹਨਾਂ ਦੇ ਵਿੱਚ, ਹੋਰ ਕੁਛ ਨਹੀਂ ਰਹਿ ਗਿਆ। ਤੋ ਇਹ ਜਿਹੜਾ ਹੰਕਾਰ ਗਰਭ ਹੈ ਨਾ ਆਪਣੇ ਆਪ ਦੇ ਉੱਤੇ, ਤੇ ਇਹ ਸਾਡੇ ਅੰਦਰ ਇੱਕ ਕਾਲਖ ਦੀ ਤਰ੍ਹਾਂ ਹੈ। ਤੇ ਜੇ ਇਸ ਕਾਲਖ ਸਾਡੇ ਅੰਦਰ ਆ ਗਈ, ਬਾਬਾ ਕਬੀਰ ਸਾਹਿਬ ਨੇ ਇੱਕ ਹੋਰ ਉਦਾਹਰਣ ਦਿੱਤਾ। ਕਬੀਰ ਸਾਹਿਬ ਨੇ ਇਸੇ ਪ੍ਰਥਾਏ ਆਪਣੇ ਸ਼ਲੋਕਾਂ ਵਿੱਚ, ਕਬੀਰ ਸਾਹਿਬ ਜੀ ਕਹਿੰਦੇ ਨੇ, ਥੋੜਾ ਜਿਹਾ ਉਹਨਾਂ ਨੇ ਵਿਚਾਰ ਇਹੋ ਦਿੱਤੀ ਲੇਕਿਨ ਉਦਾਹਰਣ ਬਦਲ ਲਿਆ। ਜਿਵੇਂ ਗੁਰੂ ਨਾਨਕ ਸਾਹਿਬ ਨੇ ਤਿਲ ਦੇ ਬੂਟੇ ਦਾ ਉਦਾਹਰਣ ਦਿੱਤਾ ਹੈ, ਤੇ ਕਬੀਰ ਸਾਹਿਬ ਨੇ ਉਦਾਹਰਣ ਬਦਲ ਕੇ ਗੱਲ ਇਹੋ ਸਮਝਾਈ ਮਨੁੱਖ ਨੂੰ। ਕਬੀਰ ਸਾਹਿਬ ਜੀ ਦਾ ਸ਼ਲੋਕ ਪੜ੍ਹੋ ਤੇ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਕੰਚਨ ਕੇ ਕੁੰਡਲ ਬਨੇ, ਉਪਰ ਲਾਲ ਜੜਾਓ। ਤੇ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਕੰਚਨ ਕੇ ਕੁੰਡਲ ਬਨੇ, ਕੁੰਡਲ ਦਾ ਅਰਥ ਕੰਨਾਂ ਵਿੱਚ ਪਾਏ ਹੋਏ ਵਾਲੇ ਜਿਹੜੇ ਹੁੰਦੇ ਉਹਨੂੰ ਕੁੰਡਲ ਕਿਹਾ। ਉਹ ਬਣੇ ਕਾਹਤੋਂ? ਕਹਿੰਦੇ ਸੋਨੇ ਦੇ। ਜਿਹੜੇ ਸੋਨੇ ਦੇ ਬਣੇ ਤੇ ਉਹ ਸੋਨੇ ਦੇ ਹੀ ਨਹੀਂ ਕੱਲੇ, ਕਹਿੰਦੇ ਉੱਪਰ ਲਾਲ ਜੜਾਓ। ਉਹਨਾਂ ਕੁੰਡਲਾਂ ਦੇ ਉੱਤੇ ਨਾ ਸੋਨੇ ਦੇ ਨਾਲ ਨਾਲ ਜਿਹੜਾ ਸੋਨੇ ਦੀ ਧਾਤੂ ਨਾਲ ਕੁੰਡਲ ਬਣਾਏ ਸਨ, ਉਹਨਾਂ ਦੇ ਉੱਤੇ ਲਾਲ ਵੀ ਨਿੱਕੇ ਨਿੱਕੇ ਨਗ ਵੀ ਸੋਹਣੇ ਕੀਮਤੀ ਜੜ ਦਿੱਤੇ ਉਹਨਾਂ ਦੇ ਉੱਤੇ, ਉੱਪਰ ਲਾਲ ਜੜਾਓ। ਤੇ ਅਗਲੀ ਪੰਕਤੀ 'ਚ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹੈ ਕਿ ਜਿਹੜੇ ਸੋਨੇ ਦੀ ਧਾਤੂ ਤੋਂ ਬਣੇ ਕੁੰਡਲ ਸਨ, ਜਿਹੜੇ ਉੱਪਰ ਲਾਲ ਜੜਾਓ, ਪਰ ਦਿਸੈ ਦਾਦੇ ਕਾਨ ਜਿਉ, ਜਿਨ ਮਨ ਨਾਹੀ ਨਾਉ। ਤੇ ਕਬੀਰ ਸਾਹਿਬ ਜੀ ਨੇ ਲਿਖਿਆ, ਕਹਿਣ ਲੱਗੇ ਉਹ ਇੱਦਾਂ ਜਾਣੋ। ਹੁਣ ਕਹਿੰਦੇ ਜਿਹੜਾ ਕੋਈ ਇਨਸਾਨ ਇਹੋ ਜਿਹੇ ਕੀਮਤੀ ਸੋਹਣੇ ਧਾਤੂ ਤੇ ਜੜੇ ਹੋਏ ਲਾਲ ਦੇ ਨਾਲ ਬਣੇ ਹੋਏ ਕੁੰਡਲਾਂ ਨੂੰ ਭਾਵੇਂ ਕੰਨਾਂ 'ਚ ਪਾਈ ਫਿਰੇ, ਪਰ ਕਹਿੰਦੇ ਐਸਾ ਮਨੁੱਖ ਅੰਦਰੋਂ ਰੱਬੀ ਗੁਣਾਂ ਤੋਂ, ਰੱਬੀ ਨਾਮ ਤੋਂ ਖਾਲੀ, ਕਿਉਂਕਿ ਗੱਲ ਤੇ ਖਾਲੀਪਣ ਦੀ ਚੱਲ ਰਹੀ ਹੈ, ਗੱਲ ਖਾਲੀਪਣ ਦੀ ਹੈ। ਤਿਲ ਦਾ ਬੂਟਾ ਤੇ ਫਲੀਆਂ ਫੁੱਲੀਆਂ ਬਪੜੇ, ਪਰ ਭੀ ਤਨ ਵਿੱਚ ਸਵਾ। ਉਹ ਤੱਤ ਨਾਲੋਂ ਤਾਂ ਖਾਲੀ ਹੈ ਨਾ, ਹੈ ਕੀ ਹੈ? ਸਿਰਫ ਉਹਦੇ 'ਚ ਸਵਾ ਆ। ਇਸੇ ਤਰ੍ਹਾਂ ਦਾਸ ਨੇ ਪਹਿਲਾ ਉਦਾਹਰਣ ਦਿੱਤਾ, ਜਿਹੜਾ ਖਾਲੀ ਚਲੇ ਧਣੀ ਸਿਓ ਟਿੱਬੇ ਜਿਉ ਮੀਆਂ। ਇਸੇ ਤਰ੍ਹਾਂ ਕਬੀਰ ਸਾਹਿਬ ਜੀ ਕਹਿੰਦੇ ਨੇ, ਦਿਸੈ ਦਾਦੇ, ਦਾਦੇ ਦਾ ਅਰਥ ਹੁੰਦਾ ਸੜ ਜਾਣ ਜੋਗੇ। ਇਹ ਇੱਕ ਪੰਜਾਬੀ ਦਾ ਬੋਲ ਆ, ਬੜਾ ਸੁੰਦਰ ਜਿਹਾ, ਆਪਾਂ ਕਹਿੰਦੇ ਨੇ ਸੜ ਜਾਣ ਜੋਗੇ ਆ। ਕਹਿੰਦੇ ਦਿਸੈ, ਦਿਸਦੇ ਨੇ, ਦਾਦੇ ਕਾਨ ਜਿਉ, ਕੰਨ ਦਾ ਅਰਥ ਹੈ ਕਾਨੇ। ਸਰਕੰਡਾ ਜਿਹੜਾ ਹੁੰਦਾ ਸੀ, ਪੁਰਾਣੇ ਬੰਦਿਆਂ ਨੂੰ ਪਤਾ ਹੈ, ਪਿੰਡਾਂ ਵਿੱਚ ਰਹਿਣ ਵਾਲਿਆਂ ਨੂੰ ਆਪਾਂ ਨੂੰ ਪਤਾ ਹੈ, ਉਹ ਸਰਕੰਡੇ ਕਾਨਿਆਂ ਤੋਂ ਛੱਤਾਂ ਬਣਾਇਆ ਕਰਦੇ ਸੀ। ਆਪਾਂ ਉਹ ਛੱਤਾਂ 'ਚ ਪਾਇਆ ਕਰਦੇ ਸੀ, ਛੱਤਾਂ 'ਚ ਪਾਇਆ ਜਾਂਦਾ ਸੀ ਉਹਨਾਂ ਨੂੰ। ਹੁਣ ਕਹਿੰਦੇ ਇੱਕ ਕਾਨਾ ਜਿਹੜਾ ਨਾ, ਉਹ ਉੱਪਰੋਂ ਦੇਖੋ, ਉਹ ਕਾਨਾ ਜਿਹੜਾ ਹੁੰਦਾ ਨਾ, ਜਿਸ ਕਾਨੇ ਤੋਂ ਆਪਾਂ ਕਲਮਾਂ ਵੀ ਬਣਾ ਕੇ ਘੜ ਕੇ ਫੱਟੀਆਂ ਲਿਖਦੇ ਰਹੇ ਆ, ਉਹ ਜਿਹੜਾ ਕਾਨਾ ਹੁੰਦਾ ਤੇ ਉਹਦਾ ਰੰਗ ਦੇਖੋ, ਤੇ ਰੰਗ ਹੁੰਦਾ ਸੁਨਹਿਰੀ, ਸੋਨੇ ਵਰਗਾ। ਕਹਿੰਦੇ ਕਈ ਕਾਨੇ ਇਸ ਤਰ੍ਹਾਂ ਦੇ ਹੁੰਦੇ ਸੀਗੇ, ਜਿਹੜੇ ਉੱਪਰੋਂ ਤਾਂ ਬਿਲਕੁਲ ਸੋਹਣੇ ਸੁਨਹਿਰੀ ਰੰਗ ਦੇ ਹੋਣ, ਲੇਕਿਨ ਅੰਦਰੋਂ ਕਾਲੇ, ਅੰਦਰੋਂ ਕਾਲਖ ਨਾਲ ਭਰੇ, ਅੰਦਰੋਂ ਸੜੇ ਹੋਏ, ਉਹ ਫਿਰ ਛੱਤ ਵਿੱਚ ਨਹੀਂ ਪਾਏ ਜਾਂਦੇ ਸੀ।
क्योंकि उन्हां दी मियाद ही नहीं सी हुंदी, उन्हां तो कोई कलम भी नहीं सी घटदा, क्योंकि जदों कलम घड़ीए तो वेखो भी उहदे चों कालख खराब। तो बाबा कबीर साहब जी कहते ने दिसै दादे कान ज्यों, वो सड़े हुए काने, सड़े हुए कानिया वर्गी हालत है उन्हां दी। जिन मन नाही नाओ, जिन्हां दे मन अंदर रब्बी नाओ रब्बी गुण है ही नहीं, कहते वो सड़न जोगे इहो जे वो जीवन। कहते ने की लाभ वाला जीवन होया जिन्हें अपने आप नूं उपरों तो बहुत सोहना बना लिया, कंचन के कुंडल बने ऊपर लाल चढ़ाओ। हुण ये सारा कुछ कर करा के दे विखाई जाने आ, पर अंदर रब्बी गुण सांभण दी बजाए। ते बाबा कबीर साहब जी कहते ने कानिया वर्गी हालत है जिन मन नाही नाओ। इहो गल गुरु नानक साहब जी समझाउंदे पए आ श्लोक दे विच कि तिल जिन्हों बोया सी खेत विच वो फलिया फुलिया भी, पर लेकिन उन्हें अपने अंदर जिस वेले फल का समा आया कलख भर बैठा। फलियां फुलियां बपड़े भी तन विच स्वाह, उन्हें अपने अंदर स्वाह भर लई। तो साहिब जी दे इस श्लोक का समुचे का तत् सार भाव सार ये है भलिओ कि जीवन दे अंदर एवें ही अपने आप विच हंकार ना करिए, अपनी अकल मत ते अपनियां ही गल्लां दा, अपने ही गुणां दा, धन जोबन दा, बहुत सारियां चीज़ां दा। क्योंकि जे ये कुछ करांगे तो फिर आपां रब्बी गुणां तो खाली रह जावांगे, ते जे रब्बी गुणां तो खाली रह गए फिर रब ने सानू अपने नहीं बनाउणा, असीं अपने रब दे जोगे नहीं रवांगे। इसलिए आख्या तू भलिया अपने गुरु नूं चेत, अपने गुरु नूं चेत, जिहड़ा गुरु तैनू मानस ते देवते करे, उस गुरु नूं चेत जिहड़ा तेरे अंदर गुण भर दिंदा है, देवतियां वर्गे दैवी गुण भर जांदा है। जिहड़ा मनुख है पर मनुख हो के भी तेरे अंदर दैवी गुण भर दिंदा, जिहड़ा मालक जिहड़ा गुरु, तू उस गुरु की सिक्ख्या दे उत्ते चल, तां ही तेरा ये जीवन जिहड़ा है वो चंगा ते भला है। नहीं तो साहब गुरु अमरदास जी ने कहा सी, ए शरीरा मेरिया इस जग में आए क्या तुद कर्म कमाया, कि कर्म कमाया तुद शरीरा जां तू जग में आया। ये गल तेरे ते टुकदी है फिर। सो इसलिए इतनी विचार प्रवान करनी, गुरु के विचार अपने हिरदे अते जीवन विच सांभण दी किरपालता करनी, भुल्लां चुकां दी माफ़ी बुलाओ। फतेह आखो जी। वाहिगुरू जी का खालसा वाहिगुरू जी की फतेह।